ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਲਿਖੀ ਕਿਤਾਬ ਮਾਲਾ ਮਣਕੇ। ਮਨੁੱਖ ਆਪਣੇ ਜੀਵਨ ਦੀਆਂ ਮੂਰਖਤਾਵਾਂ ਨਾਲ ਸਾਬਤ ਕਰਦਾ ਹੈ ਕਿ ਗ੍ਰੰਥਾਂ ਵਿੱਚ ਸੱਚ ਲਿਖਿਆ ਗਿਆ ਹੈ। ਬੁੱਢਿਆਂ ਨੂੰ ਭਰਮ ਹੁੰਦਾ ਹੈ ਕਿ ਉਹ ਬੜੇ ਚਲਾਕ ਹਨ। ਜਿਹੜੇ ਜਵਾਨੀ ਵਿੱਚ ਹੀ ਬਦਨਾਮ ਹੋ ਜਾਂਦੇ ਹਨ, ਉਹਨਾਂ ਕੋਲ ਬੁਢਾਪੇ ਵਿੱਚ ਮਾਣ ਕਰਨ ਲਈ ਕੁਝ ਨਹੀਂ ਹੁੰਦਾ। ਬਜ਼ੁਰਗ ਇਸ ਲਈ ਵੱਧ ਬੋਲਦੇ ਹਨ ਕਿਉਂਕਿ ਉਹਨਾਂ ਕੋਲ ਤਜਰਬਾ ਵਧੇਰੇ ਹੁੰਦਾ ਹੈ ਅਤੇ ਦੱਸਣ ਲਈ ਵਕਤ ਘੱਟ ਹੁੰਦਾ ਹੈ। ਸਿਆਣਾ ਹੋਣ ਕਰਕੇ ਜੂਲੀਅਸ ਸੀਜ਼ਰ ਨੇ ਸੰਸਾਰ ਨੂੰ ਫਤਿਹ ਕਰਨ ਦਾ ਯਤਨ ਨਹੀਂ ਸੀ ਕੀਤਾ। ਇਹ ਕੰਮ ਸਿਕੰਦਰ ਨੇ ਕੀਤਾ ਕਿਉਂਕਿ ਉਹ ਜਵਾਨ ਸੀ ਅਤੇ ਉਸਨੂੰ ਅਜੇ ਸੋਚਣ ਦੀ ਆਦਤ ਨਹੀਂ ਸੀ ਪਈ। ਜਵਾਨੀ ਵਿੱਚ ਜਵਾਨਾਂ ਨੂੰ ਸਭ ਕੁਝ ਜਾਣਦੇ ਹੋਣ ਦਾ ਮਿੱਠਾ ਮਿੱਠਾ ਭਰਮ ਹੁੰਦਾ ਹੈ। ਉਮਰ ਦੇ ਵਧਣ ਨਾਲ ਅਸੀਂ ਵਧੇਰੇ ਸਿਆਣੇ ਅਤੇ ਵਧੇਰੇ ਮੂਰਖ ਹੋਈ ਜਾਂਦੇ ਹਾਂ। ਆਪਣੀਆਂ ਨਜ਼ਰਾਂ ਵਿੱਚ ਸਿਆਣੇ ਅਤੇ ਦੂਜਿਆਂ ਦੀ ਨਜ਼ਰ ਵਿੱਚ ਮੂਰਖ। ਬੁਢਾਪੇ ਦੇ ਬਹੁਤੇ ਦੁੱਖ ਆਪਣੇ ਆਪ ਨੂੰ ਜਵਾਨ ਸਮਝਣ ਦੇ ਭੁਲੇਖੇ ਵਿੱਚੋਂ ਉਪਜਦੇ ਹਨ। ਬੱਚੇ ਨੂੰ ਮਾਂ ਦਾ ਆਸਰਾ ਹੁੰਦਾ ਹੈ, ਮਾਂ ਨੂੰ ਪਰਿਵਾਰ ਦੀ ਧਰਵਾਸ ਹੁੰਦੀ ਹੈ ਅਤੇ ਪਰਿਵਾਰ ਨੂੰ ਸਮਾਜ ਦੀ ਪ੍ਰਵਾਨਗੀ ਹੁੰਦੀ ਹੈ। ਇਵੇਂ ਜੀਵਨ ਦੀ ਸੰਗਲੀ ਬਣਦੀ ਜਾਂਦੀ ਹੈ। ਬੱਚਾ ਸ਼ੀਸ਼ੇ ਵਿੱਚ ਵੇਖਣ ਸਮੇਂ ਵੀ ਮਾਂ ਦਾ ਚਿਹਰਾ ਹੀ ਲੱਭਦਾ ਹੈ। ਜਦੋਂ ਸੂਰਜ ਡੁੱਬਦਾ ਹੈ ਤਾਂ ਸਮੁੱਚੀ ਮਾਨਵ ਜਾਤੀ ਦੀ ਪ੍ਰਵਾਨਗੀ ਨਾਲ ਡੁੱਬਦਾ ਹੈ। ਬੁਢਾਪੇ ਵਿੱਚ ਨਿਮਰਤਾ ਦਾ ਗੁਣ ਉਪਜਾਉਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਬੁੱਢਿਆਂ ਦੇ ਰੋਹਬ ਨੂੰ ਨਹੀਂ ਮੰਨਦਾ। ਅਨੇਕਾਂ ਬੱਚੇ ਉਹਨਾਂ ਖੇਤਰਾਂ ਵਿੱਚ ਸਫਲ ਹੁੰਦੇ ਹਨ ਜਿਨ੍ਹਾਂ ਵਿੱਚ ਜਾਣ ਦੀ ਮਾਪਿਆਂ ਵੱਲੋਂ ਵਿਰੋਧਤਾ ਜਾਂ ਮਨਾਹੀ ਹੁੰਦੀ ਹੈ। ਬੁਢਾਪੇ ਦਾ ਉਦੋਂ ਸਤਿਕਾਰ ਹੁੰਦਾ ਸੀ ਜਦੋਂ ਕੋਈ ਬੁੱਢਾ ਹੁੰਦਾ ਸੀ। ਬੱਚਿਆਂ ਨੂੰ ਪ੍ਰਸੰਨ ਵੇਖ ਕੇ ਮਾਂ ਨੂੰ ਆਪਣਾ ਦਿਲ ਵੱਡਾ, ਮਜ਼ਬੂਤ ਅਤੇ ਵਿਸ਼ਾਲ ਹੋ ਗਿਆ ਮਹਿਸੂਸ ਹੁੰਦਾ ਹੈ। ਮਿਥਿਹਾਸਕ ਕਹਾਣੀਆਂ ਬੱਚਿਆਂ ਵਾਲੀ ਬੁੱਧੀ ਵਾਲੇ ਲੋਕਾਂ ਲਈ ਹੁੰਦੀਆਂ ਹਨ। ਖਿਡੌਣੇ ਵਾਲੀ ਕਾਰ ਇਸ ਲਈ ਛੋਟੀ ਬਣਾਈ ਜਾਂਦੀ ਹੈ ਤਾਂ ਕਿ ਛੋਟੀ ਹੋਣ ਕਰਕੇ ਬੱਚੇ ਨੂੰ ਆਪਣੀ ਲੱਗੇ। ਸ਼ਰਾਬ ਪੀ ਕੇ ਸ਼ਰਾਬੀ ਹੋਣ ਵਾਲੇ ਸ਼ਰਾਬ ਦੀ ਤੋਹੀਨ ਕਰਦੇ ਹਨ। ਲਗਾਤਾਰ ਖਿਚੜੀ ਖਾਣੀ ਆਪਣੇ ਆਪ ਵਿੱਚ ਇੱਕ ਵੱਡੀ ਮੁਸੀਬਤ ਹੁੰਦੀ ਹੈ। ਬੱਚਿਆਂ ਨੂੰ ਜਾਨਵਰਾਂ, ਪੰਛੀਆਂ ਦੀਆਂ ਕਹਾਣੀਆਂ ਇਸ ਲਈ ਚੰਗੀਆਂ ਲੱਗਦੀਆਂ ਹਨ ਕਿਉਂਕਿ ਪੰਛੀ ਜਾਨਵਰ ਸੋਚਦੇ ਨਹੀਂ, ਕਾਰਜ ਹੀ ਕਰਦੇ ਹਨ। ਭੀੜ ਵਿੱਚ ਗੁਆਚਣ ਦਾ ਲਾਲਚ ਸਾਨੂੰ ਬਾਜ਼ਾਰ ਲੈ ਜਾਂਦਾ ਹੈ। ਸ਼ਰਾਬ ਜਿੱਤ ਦੇ ਜਸ਼ਨ ਦਾ ਭਾਗ ਹੁੰਦੀ ਹੈ। ਬਿਨਾਂ ਜਿੱਤਣ ਦੇ ਪੀਤੀ ਸ਼ਰਾਬ ਵਿਭਚਾਰ ਕਹਾਉਂਦੀ ਹੈ। ਮਜਬੂਰੀ ਦਾ ਆਰਾਮ ਥਕਾਵਟ ਨਹੀਂ ਲਾਉਂਦਾ। ਰੌਣਕਾਂ ਦੀ ਭਾਲ ਕਰ ਰਿਹਾ ਅਜੋਕਾ ਮਨੁੱਖ ਬੜਾ ਉਦਾਸ ਹੈ। ਪਰੰਪਰਾ ਵਿੱਚੋਂ ਸਭ ਤੋਂ ਉੱਤਮ ਨੂੰ ਅਤੇ ਨਵੀਨਤਾ ਜਾਂ ਆਧੁਨਿਕਤਾ ਵਿੱਚੋਂ ਸਭ ਤੋਂ ਢੁਕਵੇਂ ਨੂੰ ਚੁਣਿਆ ਜਾਂਦਾ ਹੈ। ਸ਼ਰਾਬ ਹਮੇਸ਼ਾ ਸਿਆਣੀਆਂ, ਬਹਾਦਰ, ਸੋਹਣੀਆਂ ਅਤੇ ਖੁਸ਼ਹਾਲ ਕੌਮਾਂ ਨੇ ਪੀਤੀ ਹੈ। ਜਿਉਂ-ਜਿਉਂ ਮਨੁੱਖ ਵਿਕਾਸ ਕਰ ਰਿਹਾ ਹੈ, ਉਹ ਪਰੇਸ਼ਾਨ ਹੋਣ ਕਾਰਨ ਅਨੁਭਵ ਕਰ ਰਿਹਾ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕ ਵਧੇਰੇ ਸ਼ਾਂਤ ਅਤੇ ਪ੍ਰਸੰਨ ਸਨ। ਮਹਾਂਪੁਰਸ਼ਾਂ ਦੇ ਸਾਹਮਣੇ ਉਦਾਹਰਨਾਂ ਨਹੀਂ ਹੁੰਦੀਆਂ, ਉਹ ਜੋ ਕਰਦੇ ਹਨ ਉਹ ਉਦਾਹਰਨ ਬਣ ਜਾਂਦੀ ਹੈ। ਮਹਾਨ ਕਵਿਤਾ ਨੂੰ ਸਿਰਜਦਾ ਪਾਗਲਪਨ ਹੈ, ਪਰ ਲਿਖਦੀ ਅਕਲ ਹੈ। ਕਵਿਤਾ ਧਿਆਨ ਵਿੱਚੋਂ ਨਹੀਂ, ਬੇਧਿਆਨੇ ਹੋਣ ਵਿੱਚੋਂ ਉਪਜਦੀ ਹੈ। ਖੂਬਸੂਰਤੀ ਚਿਹਰੇ ਵਿੱਚ ਨਹੀਂ ਹੁੰਦੀ, ਉਸ ਨੂੰ ਵੇਖਣ ਦੇ ਜੋਸ਼ ਵਿੱਚ ਹੁੰਦੀ ਹੈ। ਮਹਾਨ ਵਿਅਕਤੀਆਂ ਨੂੰ ਪੈਸੇ, ਅਹੁਦੇ, ਜਾਇਦਾਦ ਆਦਿ ਦੀ ਕੋਈ ਇੱਛਾ ਨਹੀਂ ਹੁੰਦੀ। ਕਿਸੇ ਚੀਜ਼ ਦੇ ਨੁਕਸ ਦੂਰ ਕਰਨ ਨਾਲ ਉਹ ਸੁੰਦਰ ਨਹੀਂ ਬਣ ਜਾਂਦੀ। ਸੁੰਦਰਤਾ ਦੇ ਲੱਛਣ ਵੱਖਰੇ ਹੁੰਦੇ ਹਨ। ਕਲਾ ਹੁੰਦੀ ਕਲਪਨਾ ਹੈ, ਪਰ ਇਸ ਵਿੱਚ ਯਥਾਰਥ ਨੂੰ ਬਦਲਣ ਦੀ ਤਾਕਤ ਹੁੰਦੀ ਹੈ। ਗੰਭੀਰ ਬਿਮਾਰੀ ਵਿੱਚ ਹਰ ਮਨੁੱਖ ਫੈਸਲਾ ਕਰਦਾ ਹੈ ਕਿ ਉਹ ਠੀਕ ਹੋ ਕੇ ਕੇਵਲ ਚੰਗੇ ਕੰਮ ਹੀ ਕਰੇਗਾ। ਮਹਾਨ ਚਿੰਤਕ ਸਮੁੱਚੀ ਮਾਨਵ ਜਾਤੀ ਨੂੰ ਆਪਣੀ ਸੋਚ ਪਹਿਨਾ ਦਿੰਦੇ ਹਨ।
ਚਿੱਤਰਕਾਰ ਉਹ ਨਹੀਂ ਚਿੱਤਰਦਾ ਜੋ ਉਸਨੇ ਵੇਖਿਆ ਹੁੰਦਾ ਹੈ, ਸਗੋਂ ਉਹ ਚਿੱਤਰਦਾ ਹੈ ਜੋ ਕਲਾ ਪ੍ਰੇਮੀਆਂ ਨੇ ਵੇਖਣਾ ਹੁੰਦਾ ਹੈ। ਕਰਮਚਾਰੀ ਕੁਝ ਦਿਨਾਂ ਵਿੱਚ ਹੀ ਆਪਣੇ ਨਵੇਂ ਮੁਖੀ ਦਾ ਚਰਿੱਤਰ ਅਤੇ ਉਸ ਦੀ ਕਾਰਜਸ਼ੈਲੀ ਜਾਣ ਕੇ ਆਪਣੇ ਵਿਹਾਰ ਵਿੱਚ ਲੋੜੀਂਦੀ ਤਬਦੀਲੀ ਕਰ ਲੈਂਦੇ ਹਨ। ਕਲਾਕਾਰ ਕੁਝ ਨਵਾਂ ਨਹੀਂ ਸਿਰਜਦੇ, ਉਹ ਤਾਂ ਇਹ ਸਾਬਤ ਕਰਦੇ ਹਨ ਕਿ ਜੋ ਕੁਝ ਸਿਰਜਿਆ ਜਾ ਚੁੱਕਿਆ ਹੈ ਉਹ ਕਾਫੀ ਨਹੀਂ ਹੈ। ਸਵੈ ਜੀਵਨੀ ਅਕਸਰ ਦੂਜਿਆਂ ਬਾਰੇ ਸੱਚ ਦੱਸਣ ਲਈ ਰਚੀ ਜਾਂਦੀ ਹੈ। ਕਵਿਤਾ ਕਵੀ ਦੇ ਮਨ ਦੀ ਪੀੜਾ ਵਿੱਚੋਂ ਉਪਜਦੀ ਹੈ ਅਤੇ ਪਾਠਕ ਅਤੇ ਸਰੋਤੇ ਦੇ ਮਨ ਦੀ ਪੀੜਾ ਨੂੰ ਦੂਰ ਕਰਦੀ ਹੈ। ਕਿਸੇ ਮਹਾਨ ਪੁਸਤਕ ਨੂੰ ਪੜ੍ਹ ਕੇ ਮਨ ਅਤੇ ਸੋਚ ਦਾ ਪਿੜ ਇਤਨਾ ਵਿਸ਼ਾਲ ਹੋ ਜਾਂਦਾ ਹੈ ਕਿ ਅਨੇਕਾਂ ਨਵੇਂ ਵਿਚਾਰਾਂ ਲਈ ਥਾਂ ਪੈਦਾ ਹੋ ਜਾਂਦੀ ਹੈ। ਪ੍ਰਸਿੱਧ ਲੇਖਕਾਂ ਦਾ ਕੰਮ ਲੰਘ ਗਏ ਯੁੱਗਾਂ ਦੇ ਮੁੱਲਵਾਨ ਵਿਚਾਰਾਂ ਨੂੰ ਸਮਕਾਲੀ ਮੁਹਾਵਰੇ ਵਿੱਚ ਲਿਖਣਾ ਹੁੰਦਾ ਹੈ। ਬੋਲੇ ਗਏ ਸ਼ਬਦ ਕੰਨਾਂ ਨੂੰ ਹੀ ਪ੍ਰਭਾਵਿਤ ਕਰਦੇ ਹਨ, ਦਿਲ ਨੂੰ ਪ੍ਰਭਾਵਿਤ ਕਰਨ ਦਾ ਕਾਰਜ ਅਰਥ ਕਰਦੇ ਹਨ। ਗੰਭੀਰ ਹੋਣ ਦਾ ਨਾਟਕ ਚੱਲ ਜਾਂਦਾ ਹੈ, ਪਰ ਸਿਆਣੇ ਹੋਣ ਦਾ ਨਾਟਕ ਕਰਨਾ ਅਸੰਭਵ ਹੁੰਦਾ ਹੈ। ਹਾਸ ਰਸ ਆਜ਼ਾਦੀ ਵਿੱਚੋਂ ਉਪਜਦਾ ਹੈ ਅਤੇ ਸੁਤੰਤਰਤਾ ਉਪਜਾਉਂਦਾ ਹੈ। ਥੱਕੇ ਹੋਣ ਦੀ ਸੂਰਤ ਵਿੱਚ ਮਨੁੱਖ ਨੂੰ ਪਹਿਲਾਂ ਕਈ ਵਾਰ ਕੀਤੇ ਕੰਮ ਵੀ ਔਖੇ ਲੱਗਣ ਲੱਗ ਪੈਂਦੇ ਹਨ। ਜਿਨ੍ਹਾਂ ਚੀਜ਼ਾਂ ਅਤੇ ਬੰਦਿਆਂ ਨੂੰ ਅਸੀਂ ਸਮਝਦੇ ਹਾਂ ਕਿ ਅਸੀਂ ਭੁੱਲ ਗਏ ਹਾਂ, ਉਹ ਸਾਡੇ ਸੁਪਨਿਆਂ ਵਿੱਚ ਦੁਹਾਈ ਪਾਉਂਦੇ ਰਹਿੰਦੇ ਹਨ। ਸਿਆਣੇ ਬਣਨ ਦੀ ਕਾਹਲ ਵਿੱਚ ਮਨੁੱਖ ਮੂਰਖ ਬਣ ਜਾਂਦਾ ਹੈ। ਪਰੇਸ਼ਾਨੀ ਇਸ ਕਾਰਨ ਹੁੰਦੀ ਹੈ ਕਿ ਜਿਨ੍ਹਾਂ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ ਉਹ ਉਵੇਂ ਹੀ ਰਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਉਵੇਂ ਹੀ ਰੱਖਣਾ ਚਾਹੁੰਦੇ ਹਾਂ ਉਹ ਬਦਲ ਜਾਂਦੇ ਹਨ। ਗਲਤ ਹੋਏ ਬਿਨਾਂ ਬਹਿਸ ਨਹੀਂ ਕੀਤੀ ਜਾ ਸਕਦੀ। ਬਦਲਾ ਲੈਣ ਦਾ ਇੱਕ ਢੰਗ ਇਹ ਵੀ ਹੈ ਕਿ ਦੁਸ਼ਮਣ ਦੇ ਮਖੌਲ ਨੂੰ ਗੰਭੀਰਤਾ ਨਾਲ ਅਤੇ ਉਸ ਦੀ ਗੰਭੀਰਤਾ ਨੂੰ ਮਖੌਲ ਨਾਲ ਨਿਬੇੜੋ। ਭੈੜੀਆਂ ਆਦਤਾਂ ਕੋਈ ਸਿਖਾਉਂਦਾ ਨਹੀਂ, ਅਸੀਂ ਆਪੇ ਸਿੱਖ ਜਾਂਦੇ ਹਾਂ। ਕਿਤਾਬਾਂ ਪੜ੍ਹਨ ਲਈ ਮਜਬੂਰ ਕਰਨ ਦੀ ਥਾਂ ਬੱਚਿਆਂ ਸਾਹਮਣੇ ਕਿਤਾਬਾਂ ਦੀ ਪ੍ਰਸ਼ੰਸਾ ਕਰੋ। ਪੜ੍ਹਨ ਦਾ ਢੰਗ ਅਤੇ ਵੇਲਾ ਉਹ ਆਪੇ ਲੱਭ ਲੈਣਗੇ। ਸਿੱਖਿਆ ਦੇ 3 ਸਰੋਤ ਹੁੰਦੇ ਹਨ: ਮਾਪੇ, ਅਧਿਆਪਕ ਅਤੇ ਸੰਸਾਰ ਭਰ ਦੇ ਲੋਕ। ਜਿਹੜਾ ਸਭ ਕੁਝ ਜਾਣਨ ਦਾ ਯਤਨ ਕਰਦਾ ਹੈ ਉਹ ਆਪਣੇ ਬੁਢਾਪੇ ਨੂੰ ਦੁਖਦਾਈ ਬਣਾਉਂਦਾ ਹੈ। ਕਿਸੇ ਅੰਦਰ ਜੋ ਵੀ ਸਿਆਣਪ ਜਾਂ ਮੂਰਖਤਾ ਹੁੰਦੀ ਹੈ ਉਹ ਯੂਨੀਵਰਸਿਟੀ ਵਿੱਚ ਪਹੁੰਚ ਕੇ ਚਮਕਣ ਲੱਗ ਪੈਂਦੀ ਹੈ। ਜੇ ਪੁਸਤਕਾਂ ਨਾ ਪੜ੍ਹੀਏ ਅਤੇ ਕੇਵਲ ਤਜਰਬੇ ਤੇ ਆਧਾਰਿਤ ਹੋਈਏ ਤਾਂ ਮਹਿਸੂਸ ਹੋਵੇਗਾ ਕਿ ਤਜਰਬਾ ਅਧੂਰਾ ਹੈ। ਅਗਿਆਨਤਾ ਵਿੱਚ ਵੀ ਲਾਭ ਹੈ। ਜੇ ਮਨੁੱਖ ਨੂੰ ਸਭ ਕੁਝ ਪਤਾ ਹੁੰਦਾ ਤਾਂ ਜੀਵਨ ਸੁਖਾਵਾਂ ਨਹੀਂ, ਹੋਰ ਦੁਖਦਾਈ ਹੋਣਾ ਸੀ। ਚੰਗੇ ਵਿਚਾਰ ਸਮੁੱਚੀ ਮਾਨਵ ਜਾਤੀ ਦਾ ਸਰਮਾਇਆ ਹੁੰਦੇ ਹਨ। ਅਨਪੜ੍ਹਾਂ ਦੇ ਤਰਕ ਨਹੀਂ ਹੁੰਦੇ, ਉਹਨਾਂ ਦੇ ਪੱਖਪਾਤ ਹੀ ਹੁੰਦੇ ਹਨ। ਸ਼ਕਤੀਸ਼ਾਲੀ ਵਿਚਾਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਇਸ ਨਾਲ ਵਿਰੋਧੀ ਵੀ ਪ੍ਰਭਾਵਿਤ ਹੋ ਜਾਂਦੇ ਹਨ। ਝਗੜਨ ਵਿੱਚੋਂ ਕੋਈ ਗਿਆਨ ਨਹੀਂ ਉਪਜਦਾ। ਜਦੋਂ ਆਪਣੇ ਕੋਲ ਦਲੀਲ ਨਾ ਹੋਵੇ ਤਾਂ ਦੂਜੇ ਦੀ ਦਲੀਲ ਕੋਝੀ ਲੱਗਣ ਲੱਗ ਪੈਂਦੀ ਹੈ। ਚਾਪਲੂਸ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ, ਮਾਲਕ ਜੋ ਆਪਣੇ ਆਪ ਬਾਰੇ ਸੋਚਦਾ ਹੈ ਚਾਪਲੂਸ ਉਸ ਦੀ ਪੁਸ਼ਟੀ ਹੀ ਕਰਦਾ ਹੈ। ਜਿਨ੍ਹਾਂ ਗੱਲਾਂ ਵਿੱਚ ਸਾਡੀ ਦਿਲਚਸਪੀ ਹੁੰਦੀ ਹੈ ਉਹਨਾਂ ਬਾਰੇ ਅਸੀਂ ਝਗੜਦੇ ਨਹੀਂ। ਜਿਨ੍ਹਾਂ ਗੱਲਾਂ ਵਿੱਚ ਸਾਡੀ ਦਿਲਚਸਪੀ ਹੁੰਦੀ ਹੈ ਉਹਨਾਂ ਬਾਰੇ ਅਸੀਂ ਝਗੜਦੇ ਨਹੀਂ। ਸੱਚ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਆਪਣੀ ਦਲੀਲ ਤੇ ਅੜੇ ਰਹਿਣ ਵਾਲੇ ਸੱਚ ਨੂੰ ਨਹੀਂ, ਆਪਣੇ ਆਪ ਨੂੰ ਪਿਆਰ ਕਰਦੇ ਹਨ। ਜਦੋਂ ਸਾਰੇ ਕਿਸੇ ਇੱਕ ਦੇ ਵਿਰੁੱਧ ਹੋਣ ਤਾਂ ਇੱਕ ਗੱਲ ਦਾ ਹੋਣਾ ਲਾਜ਼ਮੀ ਹੈ, ਜਾਂ ਉਹ ਇੱਕ ਪੂਰਨ ਭਾਂਤ ਗਲਤ ਹੈ ਜਾਂ ਉਹ ਪੂਰਨ ਭਾਂਤ ਸਹੀ ਹੈ। ਮਹਾਨ ਵਿਅਕਤੀ ਸਭ ਵਿਰੋਧਾਂ ਨੂੰ ਆਪਣੇ ਵਿੱਚ ਸਮੋ ਲੈਂਦਾ ਹੈ। ਮਹਾਨ ਵਿਅਕਤੀ ਸਭ ਵਿਰੋਧਾਂ ਨੂੰ ਆਪਣੇ ਵਿੱਚ ਸਮੋ ਲੈਂਦੇ ਹਨ। ਮੂਰਖ ਦਾ ਸਵਰਗ ਸਿਆਣੇ ਆਦਮੀ ਦਾ ਨਰਕ ਹੁੰਦਾ ਹੈ। ਹੰਕਾਰ ਦੀ ਪਛਾਣ ਇਹ ਹੈ ਕਿ ਇਸ ਦੀ ਪਕੜ ਵਿੱਚ ਬੰਦਾ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦਾ। ਸਿਆਣਪ ਸੀਮਤ ਨਹੀਂ, ਇਸ ਲਈ ਸਿਆਣਪ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ। ਮੂਰਖ ਕਈ ਢੰਗਾਂ ਨਾਲ ਆਪਾ ਪ੍ਰਗਟਾਉਂਦਾ ਹੈ, ਉਹ ਸਹੀ ਢੰਗ ਨਾਲ ਨਾ
ਬਹਿ ਸਕਦਾ ਹੈ, ਨਾ ਖਲੋ ਸਕਦਾ ਹੈ, ਨਾ ਵੇਖ ਸਕਦਾ ਹੈ, ਨਾ ਬੋਲ ਸਕਦਾ ਹੈ, ਨਾ ਚੁੱਪ ਰਹਿ ਸਕਦਾ ਹੈ। ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਮੂਰਖ ਵੀ ਕਈਆਂ ਨੂੰ ਮੂਰਖ ਸਮਝਦੇ ਹਨ। ਸਾਦਗੀ ਉੱਚੀ ਸੋਚਣੀ ਦੇ ਰਾਹ ਦੀ ਸਹੂਲਤ ਬਣਦੀ ਹੈ। ਸਿਆਣੇ ਕੁਝ ਕਹਿਣ ਤੋਂ ਪਹਿਲਾਂ ਹੀ ਨਹੀਂ, ਕੁਝ ਸੋਚਣ ਤੋਂ ਪਹਿਲਾਂ ਵੀ ਸੋਚਦੇ ਹਨ। ਬਾਗਾਂ, ਬਗੀਚਿਆਂ ਅਤੇ ਖੇਤਾਂ ਖਤਾਨਾਂ ਵਿੱਚ ਅਸੀਂ ਰੱਬ ਦੇ ਨੇੜੇ ਹੁੰਦੇ ਹਾਂ। ਜਿਨ੍ਹਾਂ ਦੀ ਝੂਠੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਉਹਨਾਂ ਦੇ ਡਿੱਗਣ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਵੱਧ ਚੜ੍ਹ ਕੇ ਕੀਤਾ ਜਾਂਦਾ ਹੈ। ਮੂਰਖ ਦੀ ਮੂਰਖਤਾ ਸੰਬੰਧੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਗਿਆਨ, ਅਕਲ ਜਾਂ ਸਿਆਣਪ ਨਾਲ ਵਸਤਾਂ ਨਹੀਂ ਖਰੀਦੀਆਂ ਜਾ ਸਕਦੀਆਂ, ਪਰ ਅਕਲ ਜਾਂ ਸਿਆਣਪ ਦੀ ਹਾਜ਼ਰੀ ਕਾਰਨ ਵਸਤਾਂ ਤੋਂ ਬਿਨਾਂ ਵੀ ਆਨੰਦ ਲਿਆ ਜਾ ਸਕਦਾ ਹੈ। ਮੂਰਖਾਂ ਦੇ ਮੁਕਾਬਲੇ ਪਾਗਲ ਚੰਗੇ ਹੁੰਦੇ ਹਨ, ਕਿਉਂਕਿ ਪਾਗਲ ਕੁਝ ਚਿਰ ਆਰਾਮ ਵੀ ਕਰਦੇ ਹਨ ਅਤੇ ਕੁਝ ਚਿਰ ਸੌਂਦੇ ਵੀ ਹਨ। ਸਿਆਣਾ ਬੰਦਾ ਚਾਹੁੰਦਾ ਹੈ ਕਿ ਹੋਰਾਂ ਨੂੰ ਉਸ ਦੀ ਲੋੜ ਪਵੇ, ਨਾ ਕਿ ਉਹ ਉਸ ਦੀ ਪ੍ਰਸ਼ੰਸਾ ਜਾਂ ਧੰਨਵਾਦ ਹੀ ਕਰਦੇ ਰਹਿਣ। ਅਕਲ ਬਹੁਤ ਥੋੜ੍ਹੇ ਲੋਕਾਂ ਕੋਲ ਹੁੰਦੀ ਹੈ। ਬਹੁਤੇ ਲੋਕਾਂ ਕੋਲ ਕੇਵਲ ਅੱਖਾਂ, ਕੰਨ, ਨੱਕ ਹੀ ਹੁੰਦੇ ਹਨ। ਸਿਆਣੇ ਹੋਣਾ ਚੰਗੀ ਗੱਲ ਹੈ, ਪਰ ਸਿਆਣਪ ਨੂੰ ਵਰਤਣਾ ਹੋਰ ਵੀ ਚੰਗੀ ਗੱਲ ਹੁੰਦੀ ਹੈ। ਨਲਾਇਕਾਂ ਦੀ ਪ੍ਰਸ਼ੰਸਾ ਲਾਇਕਾਂ ਨਾਲ ਠੱਗੀ ਹੁੰਦੀ ਹੈ। ਜਿਸ ਕੋਲ ਸੂਝ ਹੁੰਦੀ ਹੈ, ਉਹ ਹਰ ਚੀਜ਼ ਵਿੱਚੋਂ ਕੁਝ ਲਾਹੇਵੰਦ ਵੇਖ ਲੈਂਦਾ ਹੈ। ਉੱਚਾ ਗਿਆਨ ਮੁਆਫ਼ ਅਤੇ ਅਣਡਿੱਠ ਕਰਨ ਦੀ ਸੰਭਾਵਨਾ ਵਾਲਾ ਹੁੰਦਾ ਹੈ, ਜਦੋਂ ਕਿ ਹੋਛਾ ਗਿਆਨ ਝਗੜਨ ਅਤੇ ਬਹਿਸ ਕਰਨ ਵਾਲਾ ਹੁੰਦਾ ਹੈ। ਪ੍ਰਸ਼ੰਸਾ ਦੋਸਤਾਂ ਵਾਸਤੇ ਨਹੀਂ, ਅਜਨਬੀਆਂ ਵਾਸਤੇ ਹੁੰਦੀ ਹੈ। ਦੋਸਤਾਂ ਦੀ ਪ੍ਰਸ਼ੰਸਾ ਚਾਪਲੂਸੀ ਅਖਵਾਉਂਦੀ ਹੈ। ਚਾਪਲੂਸ ਆਪ ਵੀ ਪ੍ਰਸ਼ੰਸਾ ਦੇ ਭੁੱਖੇ ਹੁੰਦੇ ਹਨ। ਕਿਸੇ ਦੀ ਬੇਲੋੜੀ ਪ੍ਰਸ਼ੰਸਾ ਕਰਕੇ ਵੇਖੋ, ਉਹ ਹੋਰ ਪ੍ਰਸ਼ੰਸਾ ਲਈ ਤਰਲੇ ਲੈਣ ਲੱਗ ਪਵੇਗਾ। ਆਲੋਚਕਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ। ਆਪਣਾ ਕਾਰਜ ਜਾਰੀ ਰੱਖੋ, ਆਲੋਚਕ ਆਪੇ ਚੁੱਪ ਹੋ ਜਾਣਗੇ। ਕਿਸੇ ਦੀ ਯੋਗਤਾ ਨੂੰ ਨਜ਼ਰਅੰਦਾਜ਼ ਕਰਨ ਨਾਲ ਅਸੀਂ ਆਪਣੀ ਯੋਗਤਾ ਨੂੰ ਵੀ ਅੱਖੋਂ ਪਰੋਖੇ ਕਰ ਰਹੇ ਹੁੰਦੇ ਹਾਂ। ਡਰ ਕੇ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਦ੍ਰਿੜਤਾ ਨਾਲ ਦੇਣਾ ਚਾਹੀਦਾ ਹੈ। ਬੇਲੋੜੀ ਪ੍ਰਸ਼ੰਸਾ ਕਰਨ ਵਾਲਾ ਬੇਲੋੜੀ ਨਿੰਦਾ ਵੀ ਕਰੇਗਾ। ਐਵੇਂ ਬੋਲੋ ਜਿਵੇਂ ਵਸੀਅਤ ਲਿਖਵਾ ਰਹੇ ਹੋ। ਵਸੀਅਤ ਜਿਤਨੀ ਸੰਖੇਪ ਹੋਵੇ, ਉਤਨੇ ਝਗੜੇ ਮੁਕੱਦਮੇ ਘੱਟ ਹੁੰਦੇ ਹਨ। ਪੈਸੇ ਦੀ ਲੋੜ ਵਿੱਚ ਕਮਾਈ ਕੇਵਲ ਥਕਾਵਟ ਦੀ ਹੀ ਹੋਵੇਗੀ। ਮਾਂ ਬੱਚੇ ਦਾ ਚੰਗੇਰਾ ਧਿਆਨ ਇਸ ਲਈ ਰੱਖ ਸਕਦੀ ਹੈ ਕਿਉਂਕਿ ਉਹ ਚੰਗੇਰਾ ਧਿਆਨ ਰੱਖਣਾ ਚਾਹੁੰਦੀ ਹੈ। ਚੰਗੇ ਚੱਜ ਆਚਾਰ ਦਾ ਪ੍ਰਮਾਣ ਇਹ ਹੁੰਦਾ ਹੈ ਕਿ ਅਜਿਹਾ ਵਿਅਕਤੀ ਭੈੜਾ ਵਿਹਾਰ ਕਰਨ ਵਾਲੇ ਲੋਕਾਂ ਨਾਲ ਵੀ ਸਲੀਕੇ ਨਾਲ ਪੇਸ਼ ਆਉਂਦਾ ਹੈ। ਨਿਮਰਤਾ ਵਿਹੂਣੀ ਇਮਾਨਦਾਰੀ ਵੀ ਇੱਕ ਔਗੁਣ ਹੁੰਦੀ ਹੈ। ਜੇ ਦੁਚਿੱਤੀ ਹੋਵੇ ਕਿ ਸੱਚ ਬੋਲਾਂ ਜਾਂ ਝੂਠ, ਸੱਚ ਬੋਲੋ, ਮਗਰੋਂ ਪਛਤਾਉਣਾ ਨਹੀਂ ਪਵੇਗਾ। ਹੈਂਕੜ ਭਰਿਆ ਵਿਹਾਰ ਬਰਦਾਸ਼ਤ ਹੋ ਜਾਂਦਾ ਹੈ, ਪਰ ਹੈਂਕੜ ਭਰੀ ਤੱਕਣੀ ਬਰਦਾਸ਼ਤ ਨਹੀਂ ਹੁੰਦੀ। ਨਜਾਇਜ਼ ਰਿਸ਼ਤੇ ਵਿੱਚ ਤਸੱਲੀ ਨਾਲੋਂ ਡਰ ਵੱਧ ਹੁੰਦਾ ਹੈ। ਚਲਾਕ ਉਹ ਹੁੰਦਾ ਹੈ ਜੋ ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਦਾ ਹੈ। ਜੇ ਕਿਧਰੇ ਜਾਣ ਜਾਂ ਨਾ ਜਾਣ ਦੀ ਦੁਚਿੱਤੀ ਹੋਵੇ ਤਾਂ ਜਾਓ, ਨਾ ਜਾਣ ਦੀ ਸੂਰਤ ਵਿੱਚ ਪਛਤਾਵਾ ਹੀ ਹੋਵੇਗਾ। ਅਸੀਂ ਆਪਣੀ ਹੋ ਰਹੀ ਪ੍ਰਸ਼ੰਸਾ ਇਸ ਲਈ ਮਾਣਦੇ ਹਾਂ ਕਿਉਂਕਿ ਅਸੀਂ ਸੋਚਦੇ ਹਾਂ ਕਿ ਲੋਕਾਂ ਨੂੰ ਸਾਡੇ ਬਾਰੇ ਸੱਚ ਬੋਲਣ ਵਿੱਚੋਂ ਆਨੰਦ ਮਿਲਦਾ ਹੈ। ਸੱਚ ਵੇਖਿਆ ਜਾਂਦਾ ਹੈ, ਸੁਣਿਆ ਨਹੀਂ ਜਾਂਦਾ। ਝੂਠ ਸੁਣਿਆ ਜਾਂਦਾ ਹੈ, ਵੇਖਿਆ ਨਹੀਂ ਜਾਂਦਾ। ਬਹੁਤ ਘੱਟ ਲੋਕ ਕਵਿਤਾ ਵਾਂਗ ਸੰਖੇਪ ਹੁੰਦੇ ਹਨ। ਬਹੁਤੇ ਨਾਵਲ ਵਾਂਗ ਵੇਰਵਿਆਂ ਨਾਲ ਭਰੇ ਹੁੰਦੇ ਹਨ। ਬਹੁਤ ਘੱਟ ਲੋਕ ਕਵਿਤਾ ਵਾਂਗ ਸੰਖੇਪ ਹੁੰਦੇ ਹਨ। ਬਹੁਤੇ ਨਾਵਲ ਵਾਂਗ ਵੇਰਵਿਆਂ ਨਾਲ ਭਰੇ ਹੁੰਦੇ ਹਨ। ਅਸੀਂ ਕਿਤਨਾ ਵੀ ਝੂਠ ਬੋਲੀਏ, ਪਰ ਯਾਦ ਸੱਚ ਹੀ ਰੱਖਦੇ ਹਾਂ, ਕਿਉਂਕਿ ਯਾਦ ਨਹੀਂ ਰੱਖਣਾ ਪੈਂਦਾ ਕਿ ਅਸੀਂ ਕੀ ਯਾਦ ਰੱਖਣਾ ਹੈ। ਲੋਕਾਂ ਦੇ ਭੋਲੇਪਣ ਦੀ ਦੁਰਵਰਤੋਂ ਨੂੰ ਚਲਾਕੀ ਕਹਿੰਦੇ ਹਨ। ਜਿਹੜਾ ਝੂਠ ਨਹੀਂ ਬੋਲਦਾ, ਉਸ ਨੂੰ ਝੂਠ ਨਾ ਬੋਲਣ ਦਾ ਘਮੰਡ ਹੁੰਦਾ ਹੈ। ਚੰਗੇ ਚੱਜ ਆਚਾਰ ਵਾਲਾ ਜੇ ਸੋਹਣਾ ਨਹੀਂ, ਤਾਂ ਵੀ ਉਸ ਦੇ ਚਲੇ ਜਾਣ ਮਗਰੋਂ ਉਸ ਦੀ ਸ਼ਕਲ ਦੀਆਂ ਨਹੀਂ, ਉਸ ਦੇ ਸਲੀਕੇ ਦੀਆਂ ਹੀ ਗੱਲਾਂ ਹੋਣਗੀਆਂ।
ਫਿਲਾਸਫੀ ਦੇ ਸੰਕਟ ਮਾਨਵ ਜਾਤੀ ਲਈ ਵਰਦਾਨ ਸਿੱਧ ਹੋਏ ਹਨ। ਜਿੱਥੇ ਕਿਧਰੇ ਵੀ ਖੁਸ਼ੀ ਮਨਾਈ ਜਾਵੇਗੀ, ਉੱਥੇ ਸਮਾਗਮ ਉਪਰੰਤ ਅੰਤਾਂ ਦਾ ਖਿਲਾਰਾ ਅਤੇ ਗੰਧ ਪਵੇਗਾ। ਗੁਣ ਉਸ ਲੱਛਣ ਨੂੰ ਕਹਿੰਦੇ ਹਨ ਜਿਸ ਦੀ ਪ੍ਰਸ਼ੰਸਾ ਹੋਵੇ, ਜਿਸ ਦੀ ਪ੍ਰਸ਼ੰਸਾ ਯੋਗ ਵਿਅਕਤੀ ਵੀ ਪ੍ਰਸ਼ੰਸਾ ਕਰਨ। ਡਰਪੋਕ ਪੁਣੇ ਨੂੰ ਨੁਕਸ ਨਹੀਂ, ਮਨੁੱਖੀ ਸੁਭਾਅ ਦੱਸਣ ਵਾਲੇ ਝੂਠ ਬੋਲਣ ਨੂੰ ਬੁਰਾਈ ਨਹੀਂ, ਮਜਬੂਰੀ ਸਮਝਦੇ ਹਨ। ਸੱਚਾਈ ਅਤੇ ਇਮਾਨਦਾਰੀ ਚਰਿੱਤਰ ਦੀਆਂ ਹੱਦਾਂ ਹਨ। ਇਹਨਾਂ ਅੰਦਰ ਰਹਿ ਕੇ ਹਕੂਮਤ ਨਹੀਂ ਕੀਤੀ ਜਾ ਸਕਦੀ। ਸਾਡਾ ਸਾੜਾ ਕਰਨ ਵਾਲੇ ਦੀ ਅਯੋਗਤਾ ਦਾ ਪ੍ਰਮਾਣ ਹੁੰਦਾ ਹੈ। ਸਾੜਾ ਕਰਨ ਵਾਲੇ ਦੀ ਅਯੋਗਤਾ ਦਾ ਪ੍ਰਮਾਣ ਹੁੰਦਾ ਹੈ। ਹਮਦਰਦੀ ਉਹਨਾਂ ਨਾਲ ਹੀ ਸੰਭਵ ਹੁੰਦੀ ਹੈ ਜਿਹੜੇ ਸਾਡੇ ਰਿਸ਼ਤੇਦਾਰ ਨਹੀਂ ਹੁੰਦੇ। ਮਿਹਰਬਾਨੀ ਪ੍ਰਗਟਾਉਣ ਦਾ ਉਚੇਚ ਕਰਨ ਦੀ ਥਾਂ ਉਵੇਂ ਕਾਰਜ ਕਰੋ ਜਿਵੇਂ ਮਿਹਰਬਾਨ ਲੋਕ ਸੁਭਾਵਿਕ ਹੀ ਕਰਦੇ ਹਨ। ਕਈ ਸਰੀਰ ਪਹਾੜਾਂ ਵਾਂਗ ਦੂਰੋਂ ਹੀ ਚੰਗੇ ਲੱਗਦੇ ਹਨ, ਨੇੜਿਓਂ ਵੇਖਣ ਨਾਲ ਉਹ ਕੱਚੀ ਮਿੱਟੀ ਹੀ ਨਜ਼ਰ ਆਉਂਦੇ ਹਨ। ਜੇ ਸਾਨੂੰ ਆਪਣੀ ਕਰਤੂਤਾਂ ਦੀ ਸਜ਼ਾ ਨਹੀਂ ਮਿਲਦੀ ਤਾਂ ਸਾਨੂੰ ਆਪਣੇ ਕਾਰਨਾਮਿਆਂ ਦਾ ਇਨਾਮ ਵੀ ਨਹੀਂ ਮੰਗਣਾ ਚਾਹੀਦਾ। ਕਿਸੇ ਦੇ ਕ੍ਰਿਤ ਘਣਤਾ ਦਾ ਸ਼ਿਕਵਾ ਕਰਦਿਆਂ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਨਾਲ ਆਪਣੇ ਚੰਗੇ ਹੋਣ ਦਾ ਆਨੰਦ ਵੀ ਤਾਂ ਮਾਣਿਆ ਸੀ। ਆਪਣੇ ਆਪ ਨੂੰ ਨਫ਼ਰਤ ਕਰਕੇ ਕਿਸੇ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ। ਜਿਸ ਨਾਲ ਵਧੀਕੀ ਕੀਤੀ ਜਾਂਦੀ ਹੈ, ਉਸ ਵੱਲੋਂ ਬਦਲਾ ਲੈਣ ਤੋਂ ਪਹਿਲਾਂ ਉਸ ਦੇ ਚੱਲ ਵਸਣ ਨਾਲ ਵਧੀਕੀ ਕਰਨ ਵਾਲਿਆਂ ਵਿੱਚ ਡਰ ਉਪਜਦਾ ਹੈ ਕਿ ਉਹ ਹੁਣ ਕਿਸੇ ਗੁੱਝੇ ਢੰਗ ਨਾਲ ਬਦਲਾ ਲਵੇਗਾ। ਸਵਰਗ ਦੀਆਂ ਗੱਲਾਂ ਕਰਨ ਵਾਲੇ ਵੀ ਜਿਉਣਾ ਸੰਸਾਰ ਵਿੱਚ ਹੀ ਚਾਹੁੰਦੇ ਹਨ। ਧਰਮ ਅਮੀਰ ਅਤੇ ਪ੍ਰਸੰਨ ਵਿਅਕਤੀਆਂ ਨੂੰ ਪਾਪੀ ਸਿੱਧ ਕਰਦਾ ਹੈ। ਪ੍ਰੇਮੀ ਅਤੇ ਪ੍ਰੇਮਿਕਾ ਆਪਣੇ ਆਪਣੇ ਘਰ ਦੀਆਂ ਗੱਲਾਂ ਕਰਦੇ ਕਰਦੇ ਇੱਕ ਨਵਾਂ ਘਰ ਵਸਾਉਣ ਬਾਰੇ ਸੋਚਣ ਲੱਗ ਪੈਂਦੇ ਹਨ। ਜੇ ਪਿਆਰ ਹੋਵੇ ਤਾਂ ਵਿਛੋੜੇ ਨਾਲ ਇਹ ਤਿੱਖਾ ਹੋ ਜਾਂਦਾ ਹੈ ਅਤੇ ਮਿਲਾਪ ਨਾਲ ਮਿੱਠਾ ਅਤੇ ਮਜ਼ਬੂਤ ਹੋ ਜਾਂਦਾ ਹੈ। ਭਾਰਤ ਦੇ ਸ਼ਾਸਤਰੀ ਸੰਗੀਤ ਵਿੱਚ ਰਾਗ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਸ਼ਬਦ ਰਾਗ ਦੇ ਅਧੀਨ ਹੁੰਦਾ ਹੈ। ਗੁਰਮਤਿ ਸੰਗੀਤ ਵਿੱਚ ਸ਼ਬਦ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਰਾਗ ਸ਼ਬਦ ਦਾ ਸਹਾਇਕ ਹੁੰਦਾ ਹੈ। ਪ੍ਰੇਮੀ ਸਮਝਦੇ ਹਨ ਕਿ ਜਿਹੜਾ ਸਮਾਂ ਇੱਕ ਦੂਜੇ ਦੀ ਹਾਜ਼ਰੀ ਵਿੱਚ ਨਹੀਂ ਲੰਘਦਾ, ਉਹ ਸਮਾਂ ਵਿਅਰਥ ਜਾ ਰਿਹਾ ਹੈ। ਅਸੀਂ ਵਿਅਕਤੀ ਨੂੰ ਪਿਆਰ ਨਹੀਂ ਕਰਦੇ, ਉਸ ਦੇ ਰਹੱਸ ਨੂੰ ਪਿਆਰ ਕਰਦੇ ਹਾਂ। ਰਹੱਸ ਪਕੜ ਵਿੱਚ ਨਹੀਂ ਆਉਂਦਾ, ਇਸ ਲਈ ਪਿਆਰ ਜਾਰੀ ਰਹਿੰਦਾ ਹੈ। ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਪ੍ਰਸੰਨ ਕਰਦੀਆਂ ਹਨ, ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਹੀ ਸਾਨੂੰ ਉਦਾਸ ਕਰਦੀਆਂ ਹਨ। ਦੁਸ਼ਮਣ ਜਾਂ ਛੇਤੀ ਮਰ ਜਾਂਦਾ ਹੈ ਜਾਂ ਦੇਰ ਨਾਲ, ਉਹ ਕਦੇ ਵੀ ਉਦੋਂ ਨਹੀਂ ਮਰਦਾ ਜਦੋਂ ਅਸੀਂ ਚਾਹੁੰਦੇ ਹਾਂ। ਪ੍ਰਸੰਨ ਰਹਿਣਾ ਹਰੇਕ ਦੀ ਆਪਣੀ ਜ਼ਿੰਮੇਵਾਰੀ ਹੈ, ਪਰ ਇਸ ਜ਼ਿੰਮੇਵਾਰੀ ਵਿੱਚ ਹੀ ਅਸੀਂ ਸਭ ਤੋਂ ਵੱਧ ਅਣਗਹਿਲੀ ਵਰਤਦੇ ਹਾਂ। ਪਸ਼ੂ ਦੋ ਗੱਲਾਂ ਵਿੱਚ ਮਨੁੱਖਾਂ ਨਾਲੋਂ ਚੰਗੇਰੇ ਹਨ। ਉਹ ਭਵਿੱਖ ਦੀ ਚਿੰਤਾ ਨਹੀਂ ਕਰਦੇ ਅਤੇ ਪਰਵਾਹ ਨਹੀਂ ਕਰਦੇ ਕਿ ਦੂਜੇ ਕੀ ਕਹਿੰਦੇ ਹਨ। ਸਾਡਾ ਬਟੂਆ ਸਾਨੂੰ ਦੱਸਦਾ ਹੈ ਕਿ ਕਿਹੜੇ ਬਾਜ਼ਾਰ ਜਾਣਾ ਹੈ ਅਤੇ ਕਿੱਥੋਂ ਤੱਕ ਜਾਣਾ ਹੈ। ਇਹ ਨਾ ਕਹੋ ਕਿ ਰੱਬ ਪਤਾ ਨਹੀਂ ਕੌੜੇ ਖੀਰੇ ਅਤੇ ਫਿੱਕੇ ਤਰਬੂਜ ਕਿਉਂ ਪੈਦਾ ਕਰਦਾ ਹੈ, ਕਿਉਂਕਿ ਮੈਨੂੰ ਤੁਹਾਨੂੰ ਵੀ ਉਸੇ ਨੇ ਹੀ ਪੈਦਾ ਕੀਤਾ ਹੋਇਆ ਹੈ। ਇੱਕ ਨੂੰ ਮਾਰੋਗੇ, ਕਾਤਲ ਅਖਵਾਓਗੇ, ਲੱਖਾਂ ਨੂੰ ਮਾਰੋਗੇ, ਜੇਤੂ ਅਖਵਾਓਗੇ, ਹਰ ਕਿਸੇ ਨੂੰ ਮਾਰੋਗੇ, ਰੱਬ ਕਹਾਓਗੇ। ਗਰੀਬ ਹੋਣ ਦੀ ਸੂਰਤ ਵਿੱਚ ਮਨੁੱਖ ਵੱਧ ਤੋਂ ਵੱਧ ਸ਼ਰੀਫ ਹੀ ਅਖਵਾ ਸਕਦਾ ਹੈ। ਸਤਿਕਾਰਯੋਗ ਬਣਨ ਵਾਸਤੇ ਪੈਸਾ ਚਾਹੀਦਾ ਹੁੰਦਾ ਹੈ। ਜਿਨ੍ਹਾਂ ਨੂੰ ਅਸੀਂ ਪਸੰਦ ਨਹੀਂ ਕਰਦੇ, ਉਹਨਾਂ ਨੂੰ ਅਸੀਂ ਮਹੱਤਵਪੂਰਨ ਵੀ ਨਹੀਂ ਸਮਝਦੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।